ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 225 ਤੋਂ ਲੈ ਕੇ 227 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਚੱਲ ਰਹੀ ਹੈ ਜੀ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜਾਵੋ, ਪਾਟ ਪਟੰਬਰ ਪਹਿਰ ਹੰਡਾਵੋ, ਬਿਨ ਹਰ ਨਾਮ ਕਹਾਂ ਸੁਖ ਪਾਵੋ, ਕਿਆ ਪਹਿਰੋ ਕਿਆ ਓੜ ਦਿਖਾਵੋ, ਬਿਨ ਜਗਦੀਸ ਕਹਾ ਸੁਖ ਪਾਵੋ ਰਹਾਓ। ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਜੇ ਕੋਈ ਜੀਵ ਅਤਰ ਚੰਦਨ ਇਹਦੇ ਨਾਲ ਆਪਣੇ ਸਰੀਰ ਨੂੰ ਸ਼ਿੰਗਾਰੇ, ਰੇਸ਼ਮੀ ਕੱਪੜੇ ਪਾਵੇ, ਪਰ ਕਹਿੰਦੇ ਇਹਦੇ ਨਾਲ ਸੁੱਖ ਨਹੀਂ। ਪਰਮਾਤਮਾ ਦੇ ਨਾਮ ਤੋਂ ਬਿਨਾਂ ਸੁੱਖ ਨਹੀਂ ਮਿਲਦਾ, ਸਰੀਰ ਨੂੰ ਸ਼ਿੰਗਾਰਿਆਂ ਸੁੱਖ ਨਹੀਂ ਹੈ। ਫਿਰ ਕਹਿੰਦੇ ਵੀ ਕੁਛ ਵੀ ਚਾਹੇ ਪਾ ਲਵੇ, ਕੁਛ ਵੀ ਹੰਢਾ ਲੈ ਖਾ ਲੈ, ਅਤੇ ਕਹਿੰਦੇ ਸਾਰੇ ਦਿਖਾਵੇ ਕਰ ਲੈ, ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਕਿਸੇ ਨੂੰ ਕੋਈ ਸੁੱਖ ਨਹੀਂ ਮਿਲ ਸਕਦਾ, ਆਨੰਦ ਨਹੀਂ ਮਿਲ ਸਕਦਾ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਲਾਲ ਨਿਹਾਲੀ ਫੂਲ ਗੁਲਾਲਾ, ਬਿਨ ਜਗਦੀਸ ਕਹਾਂ ਸੁਖ ਪਾਲਾ। ਕਹਿੰਦੇ ਚਾਹੇ ਕੋਈ ਕੰਨਾਂ ਵਿੱਚ ਕੁੰਡਲ ਪਾ ਲਵੇ, ਗਲ 'ਚ ਮੋਤੀਆਂ ਦੀ ਮਾਲਾ ਪਾ ਲਵੇ, ਫੁੱਲਾਂ ਵਾਲੀਆਂ ਤਲਾਈਆਂ ਹੋਣ, ਲਾਲ ਸ਼ਿੰਗਾਰੀਆਂ, ਪਰ ਕਹਿੰਦੇ ਪਰਮਾਤਮਾ ਨੂੰ ਸਿਮਰਨ ਤੋਂ ਬਿਨਾਂ ਕਹਿੰਦੇ ਸੁੱਖ ਦੀ ਭਾਲ ਨਹੀਂ ਹੈ, ਸੁੱਖ ਨਹੀਂ ਮਿਲ ਸਕਦਾ। ਨੈਣ ਸਲੋਨੀ ਸੁੰਦਰ ਨਾਰੀ, ਖੋੜ ਸਿਗਾਰ ਕਰੈ ਅਤ ਪਿਆਰੀ, ਬਿਨ ਜਗਦੀਸ ਭਜੇ ਨਿਤ ਖੁਆਰੀ। ਕਹਿੰਦੇ ਵੀ ਸ਼ਾਇਦ ਜਿਹੜੇ ਸੰਸਾਰ ਦੇ ਲੋਕ ਨੇ ਉਹ ਸਮਝਦੇ ਨੇ ਵੀ ਇਹਨਾਂ ਗੱਲਾਂ ਦੇ ਵਿੱਚ ਸ਼ਾਇਦ ਸੁੱਖ ਹੈ, ਪਰ ਸੁੱਖ ਹੈ ਨਹੀਂ, ਇਹ ਉਹਨਾਂ ਦੀ ਗਲਤ ਫਹਿਮੀ ਆ। ਕਹਿੰਦੇ ਚਾਹੇ ਕਿਸੇ ਦੀ ਕੋਈ ਸੁੰਦਰ ਇਸਤਰੀ ਹੋਵੇ, ਜਿਹਨੇ 16 ਸ਼ਿੰਗਾਰ ਕੀਤੇ ਹੋਣ, ਉਹਨੂੰ ਬਹੁਤ ਪਿਆਰੀ ਲੱਗਦੀ ਹੋਵੇ, ਪਰ ਕਹਿੰਦੇ ਪਰਮਾਤਮਾ ਦਾ ਕਹਿੰਦੇ ਸਿਮਰਨ ਕਰਨ ਤੋਂ ਬਿਨਾਂ ਕਹਿੰਦੇ ਜੀਵਨ ਵਿਅਰਥ ਹੈ। ਕਹਿੰਦੇ ਵਾਹਿਗੁਰੂ ਜੀ। ਦਰ ਕਰ ਮਹਿਲਾ ਸੇਜ ਸੁਖਾਲੀ, ਅਹਨਸ ਫੂਲ ਬਿਛਾਵੈ ਮਾਲੀ, ਬਿਨ ਹਰ ਨਾਮ ਸੋ ਦੇਹ ਦੁਖਾਲੀ। ਕਹਿੰਦੇ ਕਿਸੇ ਦੇ ਕਹਿੰਦੇ ਵੱਡੇ ਘਰ ਮਹਿਲ ਹੋਣ, ਸੋਹਣੇ ਪਲੰਘ ਹੋਣ, ਕਹਿੰਦੇ ਮਾਲੀ ਕਹਿੰਦੇ ਰੋਜ਼ ਕਹਿੰਦੇ ਉਹਦੇ ਰਸਤੇ ਵਿੱਚ ਫੁੱਲ ਵਿਛਾਉਂਦੇ ਹੋਣ, ਬੜਾ ਉਹਦਾ ਆਦਰ ਹੁੰਦਾ ਹੋਵੇ, ਪਰ ਕਹਿੰਦੇ ਨਾਮ ਤੋਂ ਬਿਨਾਂ ਕਹਿੰਦੇ ਕਿਸੇ ਜੀਵ ਦੀ ਦੇਹ ਸੁਖਾਲੀ ਨਹੀਂ ਹੋ ਸਕਦੀ, ਦੁੱਖਾਂ ਭਰੀ ਰਹਿੰਦੀ ਆ, ਰੋਗਾਂ ਨਾਲ ਕਹਿੰਦੇ ਗ੍ਰਸਤੀ ਰਹਿੰਦੀ ਆ। ਕਹਿੰਦੇ ਹੈਵਰ ਗੈਵਰ ਨੇਜੇ ਵਾਜੇ, ਲਸਕਰ ਨੇਬ ਖਵਾਸੀ ਪਾਜੇ, ਬਿਨ ਜਗਦੀਸ ਝੂਠੇ ਦਿਵਾਜੇ। ਕਹਿੰਦੇ ਚਾਹੇ ਕਿਸੇ ਕੋਲ ਹਾਥੀ ਘੋੜੇ ਹੋਣ, ਲਸ਼ਕਰ ਹੋਣ, ਬੈਂਡ ਵਾਜੇ ਹੋਣ, ਫੌਜੀ ਵਾਜੇ ਹੋਣ, ਅਤੇ ਕਹਿੰਦੇ ਚੰਗੇ ਸ਼ਾਹੀ ਨੌਕਰ ਰੱਖੇ ਹੋਣ, ਮਤਲਬ ਬੜੇ ਉਹਦੀ ਧੂਮ ਧਾਮ ਹੋਵੇ, ਕਹਿੰਦੇ ਪਰ ਪਰਮਾਤਮਾ ਦਾ ਨਾਮ ਤੋਂ ਬਿਨਾਂ ਕਹਿੰਦੇ ਇਹ ਸਭ ਕੁਝ ਝੂਠਾ ਹੈ, ਸਭ ਝੂਠੇ ਪਾਜ ਨੇ, ਕਹਿੰਦੇ ਇਹ ਕੋਈ ਸੁੱਖ ਨਹੀਂ ਦੇ ਸਕਦੇ। ਸਿੱਧ ਕਹਾਵੋ ਰਿੱਧ ਸਿੱਧ ਬੁਲਾਵੋ, ਤਾਜ ਕੁਲੈ ਸਿਰ ਛਤਰ ਬਨਾਵੋ, ਬਿਨ ਜਗਦੀਸ ਕਹਾਂ ਸੱਚ ਪਾਵੋ। ਕਹਿੰਦੇ ਕੋਈ ਆਪਣੇ ਆਪ 'ਚ ਕਰਾਮਾਤੀ ਸਿੱਧ ਹੋਵੇ, ਜਦੋਂ ਵੀ ਚਾਹੇ ਰਿੱਧੀਆਂ ਸਿੱਧੀਆਂ ਉਹਦੇ ਹੱਥ ਵਿੱਚ ਆ ਜਾਣ, ਕਹਿੰਦੇ ਉਹਦੇ ਸਿਰ 'ਤੇ ਤਾਜ ਝੁੱਲਦੇ ਹੋਣ, ਛਤਰ ਝੁੱਲਦੇ ਹੋਣ, ਪਰ ਕਹਿੰਦੇ ਫਿਰ ਵੀ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ ਕਹਿੰਦੇ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ। ਇਹ ਬਾਕੀ ਸਭ ਕੁਝ ਹੋਣ ਦੇ ਬਾਵਜੂਦ ਵੀ ਕੋਈ ਆਨੰਦ ਨਹੀਂ ਪਾ ਸਕਦਾ ਪਰਮਾਤਮਾ ਦੇ ਸਿਮਰਨ ਤੋਂ ਬਿਨਾਂ। ਵਾਹਿਗੁਰੂ ਜੀ। ਖਾਨ ਮਲੂਕ ਕਹਾਵੋ ਰਾਜਾ, ਅਬੇ ਤਬੇ ਕੂੜੇ ਹੈ ਪਾਜਾ,
ਬਿਨ ਗੁਰ ਸ਼ਬਦ ਨ ਸਬਰਸ ਕਾਜਾ। ਕਹਿੰਦੇ ਚਾਹੇ ਕੋਈ ਵੱਡੇ ਖਾਨ ਰਾਜੇ ਕਹਿੰਦੇ ਕਹਾਉਣ, ਸਰਦਾਰ ਵੱਡੇ ਕਹਿੰਦੇ ਦੂਜਿਆਂ ਨੂੰ ਕਹਿੰਦੇ ਆਪਣੇ ਰੋਹਬ ਦੇ ਹੇਠਾਂ ਰੱਖਣ, ਪਰ ਕਹਿੰਦੇ ਇਹ ਵੀ ਸਭ ਕੁਛ ਸਿਰਫ ਝੂਠੇ ਦਿਖਾਵੇ ਨੇ। ਗੁਰੂ ਦੇ ਸ਼ਬਦ ਤੋਂ ਬਿਨਾਂ ਕਹਿੰਦੇ ਕਿਸੇ ਦਾ ਵੀ ਜੀਵਨ ਸਫਲ ਨਹੀਂ ਹੁੰਦਾ। ਕੋਈ ਵੀ ਜਿਸ ਤਰ੍ਹਾਂ ਕਹਿੰਦੇ ਆਪਣੇ ਜੀਵਨ ਮਨੋਰਥ ਨੂੰ ਸਫਲ ਨਹੀਂ ਕਰ ਸਕਦਾ ਗੁਰੂ ਦਾ ਸ਼ਬਦ ਮਨ ਵਿੱਚ ਧਾਰਨ ਤੋਂ ਬਿਨਾਂ। ਵਾਹਿਗੁਰੂ ਜੀ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਪਰਨਵਤ ਨਾਨਕ ਸਰਣ ਤੁਮਾਰੀ। ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਹੀ ਹਉਮੈ ਮਾਇਆ ਦੀ ਮਮਤਾ ਖਤਮ ਹੋ ਸਕਦੀ ਆ। ਕਹਿੰਦੇ ਗੁਰੂ ਦੀ ਮੱਤ 'ਤੇ ਚੱਲ ਕੇ ਹੀ ਪਤਾ ਲੱਗਦਾ ਕਿ ਸਾਡੇ ਹਿਰਦੇ ਵਿੱਚ ਹੀ ਉਹ ਮੁਰਾਰ ਹੈ, ਪਰਮਾਤਮਾ ਦਾ ਵਾਸਾ ਸਾਡੇ ਹਿਰਦੇ ਵਿੱਚ ਹੀ ਹੈ। ਨਾਨਕ ਜੀ ਕਹਿੰਦੇ ਨੇ, ਨਾਨਕ ਜੀ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ, ਜੀਵ ਤੁਹਾਡੀ ਸ਼ਰਨ ਆਏ ਨੇ, ਤੁਸੀਂ ਹੀ ਰੱਖਿਆ ਕਰਨੀ ਹੈ। ਵਾਹਿਗੁਰੂ ਜੀ, ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਸੇਵਾ ਏਕ ਨ ਜਾਨਸ ਅਵਰੇ, ਪਰਪੰਚ ਬਿਆਦ ਤਿਆਗੈ ਕਵਰੇ, ਪਾਏ ਮਿਲੈ ਸੱਚ ਸਾਚੇ ਸਚੁਰੇ। ਕਹਿੰਦੇ ਜਦੋਂ ਜੀਵ ਸਿਰਫ ਉਸ ਇੱਕ ਪਰਮਾਤਮਾ ਦੀ ਕਹਿੰਦੇ ਸੇਵਾ ਭਗਤੀ ਕਰਦਾ ਹੈ, ਉਹਦੇ ਬਰਾਬਰ ਦਾ ਕਿਸੇ ਹੋਰ ਨੂੰ ਨਹੀਂ ਜਾਣਦਾ, ਅਤੇ ਸੰਸਾਰ ਦੇ ਜਿਹੜੇ ਭੋਗ ਪਦਾਰਥ ਨੇ ਇਹਨਾਂ ਨੂੰ ਕੌੜੇ ਜਾਣ ਕੇ, ਦੁੱਖ ਦੇਣ ਵਾਲੇ ਜਾਣ ਕੇ ਇਹਨਾਂ ਨੂੰ ਤਿਆਗ ਦਿੰਦਾ ਹੈ। ਫਿਰ ਕਹਿੰਦੇ ਪ੍ਰੇਮ ਵਿੱਚ ਆਇਆ, ਫਿਰ ਉਹ ਪਰਮਾਤਮਾ ਮਿਲਦਾ, ਫਿਰ ਜੀਵ ਉਸ ਸੱਚੇ ਦੇ ਨਾਲ ਮਿਲ ਕੇ ਸੱਚਾ ਹੋ ਸਕਦਾ। ਐਸਾ ਰਾਮ ਭਗਤ ਜਨ ਹੋਈ, ਹਰ ਗੁਣ ਗਾਏ ਮਿਲੈ ਮਲ ਤੋਈ। ਰਹਾਓ। ਕਹਿੰਦੇ ਇਸ ਤਰ੍ਹਾਂ ਦਾ ਪਰਮਾਤਮਾ ਦਾ ਭਗਤ ਹੋ ਸਕਦਾ ਕਹਿੰਦੇ ਕੋਈ ਕੋਈ ਆ ਜਿਹੜਾ ਕਹਿੰਦੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦਾ ਅਤੇ ਗੁਣਾਂ ਦਾ ਗਾਇਨ ਕਰਕੇ ਆਪਣੀ ਵਿਕਾਰਾਂ ਦੀ ਮੈਲ ਧੋ ਲੈਂਦਾ ਅਤੇ ਪਰਮਾਤਮਾ ਵਿੱਚ ਮਿਲਾਪ ਕਰਦਾ। ਇਸ ਤਰ੍ਹਾਂ ਦਾ ਕਹਿੰਦੇ ਉਸ ਪਰਮਾਤਮਾ ਦਾ ਭਗਤ ਜਾਨਾ। ਉਂਦੋ ਕਵਲ ਸਗਲ ਸੰਸਾਰੈ, ਦੁਰਮਤ ਅਗਨ ਜਗਤ ਪਰਜਾਰੈ, ਸੋ ਉਬਰੈ ਗੁਰ ਸ਼ਬਦ ਵਿਚਾਰੈ। ਕਹਿੰਦੇ ਜਿਹੜੇ ਸਾਰਾ ਸੰਸਾਰ ਆ, ਕਹਿੰਦੇ ਸਾਰੇ ਜੀਵਾਂ ਦਾ ਜੋ ਹਿਰਦਾ ਰੂਪੀ ਕਮਲ ਆ ਉਹ ਪਰਮਾਤਮਾ ਵੱਲੋਂ ਉਲਟਿਆ ਹੋਇਆ, ਉਹ ਪਰਮਾਤਮਾ ਵੱਲ ਹੋਇਆ ਹੀ ਨਹੀਂ ਗਾ, ਪਰਮਾਤਮਾ ਨਾਲੋਂ ਦੂਜੇ ਪਾਸੇ ਨੂੰ ਹੋਇਆ। ਕਹਿੰਦੇ ਜਿਹੜੀ ਭੈੜੀ ਮੱਤ ਆ ਕਹਿੰਦੀ ਉਹਦੀ ਜਿਹੜੀ ਅਗਨ ਆ ਉਹ ਸਾਰੇ ਕਹਿੰਦੇ ਸੰਸਾਰ ਨੂੰ ਸਾੜ ਰਹੀ ਆ, ਮਾਇਆ ਵਾਲੀ ਮੱਤ ਦੀ। ਕਹਿੰਦੇ ਜੋ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਉਹੀ ਇਸ ਸੰਸਾਰ ਦੇ ਭਵਜਲ ਤੋਂ ਤਰ ਸਕਦਾ ਹੈ। ਭ੍ਰਿੰਗ ਪਤੰਗ ਕੁੰਚਰ ਅਰ ਮੀਨਾ, ਮਿਰਗ ਮਰੇ ਸਹਿ ਆਪਣਾ ਕੀਨਾ, ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਫਿਰ ਇਹ ਉਦਾਹਰਨਾਂ ਦਿੰਦੇ ਨੇ ਇਹਨਾਂ ਦੀਆਂ ਜਾਨਵਰਾਂ ਦੀਆਂ। ਕਹਿੰਦੇ ਭੌਰਾ ਉਹਨੂੰ ਕਹਿੰਦੇ ਵਾਸ਼ਨਾ ਦਾ ਮਤਲਬ ਵਿਕਾਰ ਕਹਿ ਲਓ, ਫਿਰ ਉਹ ਫੁੱਲ ਦੇ ਵਿੱਚ ਬੰਦ ਹੋ ਜਾਂਦਾ। ਪਤੰਗਾ ਉਹਨੂੰ ਕਹਿੰਦੇ ਦ੍ਰਿਸ਼ਟੀ ਦਾ, ਲਾਟ ਦੇ ਉੱਪਰ ਆਪਣੀ ਜਾਨ ਦੇ ਦਿੰਦਾ ਦੀਵੇ ਦੀ। ਤੇ ਹਾਥੀ ਨੂੰ ਕਹਿੰਦੇ ਕਾਮ ਵਾਸ਼ਨਾ ਲੈ ਮਰਦੀ ਆ। ਅਰ ਕਹਿੰਦੇ ਜਿਹੜੀ ਮੱਛੀ ਹੁੰਦੀ ਆ ਉਹ ਮਾਸ ਦੀ ਬੋਟੀ ਨੂੰ ਲੈਣ ਲਈ ਜਾਲ 'ਚ ਫਸ ਜਾਂਦੀ ਆ। ਇਸ ਤਰ੍ਹਾਂ ਜਿਹੜਾ ਹਿਰਨ ਹੈਗਾ ਉਹਨੂੰ ਨਾਦ ਕੰਨ ਰਸ ਹੋ ਜਾਂਦਾ ਅਤੇ ਉਹ ਸੁਣ ਕੇ ਸ਼ਿਕਾਰੀ ਦੇ ਪੰਜੇ 'ਚ ਆ ਜਾਂਦਾ। ਕਹਿੰਦੇ ਇਹ ਸਾਰੇ ਜੀਵ ਆਪਣੇ ਵਿਕਾਰਾਂ ਕਰਕੇ ਆਪਣੀ ਜਾਨ ਦੇ ਜਾਂਦੇ ਨੇ, ਪਰ ਦੇਖੋ ਕਹਿੰਦੇ ਵੀ ਇਹਨਾਂ ਕੋਲ ਤਾਂ ਇੱਕ ਇੱਕ ਵਿਕਾਰ ਆ ਔਰ ਸਾਡੇ ਜੀਵਾਂ ਕੋਲ 5 ਵਿਕਾਰ ਨੇ, ਅਤੇ ਸਾਡਾ ਕੀ ਹਾਲ ਆ। ਇਹ ਇੱਕ ਇੱਕ ਵਿਕਾਰ ਕਰਕੇ ਆਪਣੀ ਜਾਨ ਦੇ ਜਾਂਦੇ ਨੇ, ਅਤੇ ਜਿਸ ਜੀਵ ਕੋਲ 5 ਵਿਕਾਰ ਨੇ ਉਹਨਾਂ ਦਾ ਦੇਖੋ ਕੀ ਹੁੰਦਾ। ਤ੍ਰਿਸ਼ਨਾ ਰਾਚ ਤਤ ਨਹੀਂ ਬੀਨਾ। ਇਸ ਤਰ੍ਹਾਂ ਕਹਿੰਦੇ ਜੋ ਜੀਵ ਤ੍ਰਿਸ਼ਨਾ ਦੇ ਵਿੱਚ ਰਚੇ ਰਹਿੰਦੇ ਨੇ
ਉਹ ਜੀਵਨ ਦੀ ਅਸਲੀਅਤ ਨੂੰ ਨਹੀਂ ਸਮਝਦੇ, ਪਰਮਾਤਮਾ ਨਾਲ ਸਾਂਝ ਨਹੀਂ ਪਾ ਸਕਦੇ। ਕਾਮ ਚਿਤੈ ਕਾਮਣ ਹਿਤਕਾਰੀ, ਕ੍ਰੋਧ ਬਿਨਾਸੈ ਸਗਲ ਵਿਕਾਰੀ, ਪਤ ਮਤ ਖੋਵੈ ਨਾਮ ਵਿਸਾਰੀ। ਕਹਿੰਦੇ ਜੋ ਜੀਵ ਕਾਮ ਵਾਸ਼ਨਾ 'ਚ ਹੁੰਦਾ, ਕਹਿੰਦੇ ਉਹ ਫਿਰ ਇਸਤਰੀ ਦੀ ਕਾਮ ਵਾਸ਼ਨਾ ਦੇ ਵਿੱਚ ਉਲਝਿਆ ਰਹਿੰਦਾ। ਇਸ ਤਰ੍ਹਾਂ ਹੀ ਕਹਿੰਦੇ ਜਿਹੜਾ ਕ੍ਰੋਧ ਹੈਗਾ ਉਹ ਕਹਿੰਦੇ ਸਾਰੇ ਵਿਕਾਰੀਆਂ ਨੂੰ ਕਹਿੰਦੇ ਮਤਲਬ ਉਹਨਾਂ ਦਾ ਜਿਹੜਾ ਆਤਮਿਕ ਜੀਵਨ ਤਬਾਹ ਕਰ ਦਿੰਦਾ। ਇਸ ਤਰ੍ਹਾਂ ਕਹਿੰਦੇ ਜਦੋਂ ਜੀਵ ਨਾਮ ਨੂੰ ਵਿਸਾਰ ਦਿੰਦਾ ਤਾਂ ਆਪਣੀ ਪੱਤ ਇੱਜ਼ਤ ਵੀ ਗਵਾਉਂਦਾ ਹੈਗਾ, ਮੱਤ ਆਪਣੀ ਅਕਲ ਵੀ ਗਵਾਉਂਦਾ ਹੈਗਾ। ਉਹਦੇ ਕੋਲੋਂ ਦੋਨੋਂ ਚੀਜ਼ਾਂ ਗਵਾਚ ਜਾਂਦੀਆਂ ਜਦੋਂ ਉਹ ਪਰਮਾਤਮਾ ਦਾ ਨਾਮ ਵਿਸਾਰ ਦਿੰਦਾ। ਪਰ ਕਰ ਚੀਤ ਮਨ ਮੁਖ ਡੋਲਾਏ, ਗਲ ਜੇਵੜੀ ਤੰਦੈ ਲਪਟਾਏ, ਗੁਰਮੁਖ ਛੂਟਸ ਹਰ ਗੁਣ ਗਾਏ। ਕਹਿੰਦੇ ਜਿਹੜੇ ਮਨਮੁਖ ਨੇ ਉਹ ਪਰਾਏ ਤਨ ਤੇ ਪਰਾਏ ਧਨ ਤੇ ਆਪਣੇ ਚਿੱਤ ਨੂੰ ਚੰਚਲ ਕਰਦੇ ਰਹਿੰਦੇ ਨੇ। ਕਹਿੰਦੇ ਇਸ ਤਰ੍ਹਾਂ ਇਹਨਾਂ ਧੰਦਿਆਂ ਵਿੱਚ ਲਿਪਟਾ ਕੇ ਗਲ ਵਿੱਚ ਵਿਕਾਰਾਂ ਦੀ ਫਾਹੀ ਪਾਉਂਦੇ ਨੇ। ਪਰ ਜੋ ਕਹਿੰਦੇ ਗੁਰੂ ਦੇ ਸਨਮੁਖ ਹੁੰਦੇ ਨੇ ਉਹ ਪਰਮਾਤਮਾ ਦੇ ਗੁਣ ਗਾ ਕੇ ਵਿਕਾਰਾਂ ਤੋਂ ਛੁੱਟ ਜਾਂਦੇ ਨੇ। ਜਿਉ ਤਨ ਵਿਧਵਾ ਪਰ ਕੋ ਦੇਈ, ਕਾਮ ਦਾਮ ਚਿਤ ਪਰ ਵਸ ਸੇਈ, ਬਿਨ ਪਿਰ ਤ੍ਰਿਪਤ ਨ ਕਬਹੂ ਹੋਈ। ਕਹਿੰਦੇ ਜੇ ਕੋਈ ਵਿਧਵਾ ਇਸਤਰੀ ਆ ਕਿਸੇ ਪਰਾਏ ਮਰਦ ਨੂੰ ਪੈਸੇ ਦੀ ਖਾਤਰ, ਕਾਮ ਵਾਸ਼ਨਾ ਦੀ ਖਾਤਰ ਆਪਣਾ ਮਨ ਉਹਦੇ ਹਵਾਲੇ ਕਰ ਦਿੰਦੀ ਆ, ਪਰ ਕਹਿੰਦੇ ਆਪਣੇ ਪਤੀ ਤੋਂ ਬਿਨਾਂ ਉਹਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ। ਇਸ ਤਰ੍ਹਾਂ ਹੀ ਜੀਵ ਨੂੰ ਕਹਿੰਦੇ ਵਿਕਾਰਾਂ ਦੇ ਵੱਸ ਹੋ ਕੇ ਸ਼ਾਂਤੀ ਨਹੀਂ ਹੁੰਦੀ। ਜਦ ਤੱਕ ਪਰਮਾਤਮਾ ਦਾ ਨਾਮ ਨਹੀਂ ਲੈਂਦਾ, ਨਾਮ ਨਹੀਂ ਸਿਮਰਦਾ, ਉਦੋਂ ਤੱਕ ਉਹਦੀ ਤ੍ਰਿਪਤੀ ਨਹੀਂ ਹੋ ਸਕਦੀ ਜੀਵ ਦੀ। ਪੜ੍ਹ ਪੜ੍ਹ ਪੋਥੀ ਸਿਮਰਤ ਪਾਠਾ, ਵੇਦ ਪੁਰਾਣ ਪੜ੍ਹੈ ਸੁਣ ਥਾਟਾ, ਬਿਨ ਰਸ ਰਾਤੇ ਮਨ ਬਹੁ ਨਾਟਾ। ਕਹਿੰਦੇ ਪੰਡਿਤ ਲੋਕ ਪੋਥੀਆਂ ਪੜ੍ਹਦੇ ਨੇ, ਸਿਮਰਤੀਆਂ ਦਾ ਪਾਠ ਕਰਦੇ ਨੇ, ਵੇਦ ਪੁਰਾਣ ਪੜ੍ਹਦੇ ਨੇ, ਫਿਰ ਉਹਨਾਂ ਦੀ ਕਿਸ ਤਰ੍ਹਾਂ ਰਚਨਾ ਹੋਈ ਆ ਕਾਵ ਰਚਨਾ ਸੁਣਦੇ ਨੇ। ਪਰ ਕਹਿੰਦੇ ਜਦੋਂ ਤੱਕ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਆਉਂਦਾ, ਫਿਰ ਕਹਿੰਦੇ ਇਹ ਸਾਰਾ ਜਿਹੜਾ ਕੁਛ ਕਰਨ ਵਾਲਾ ਇਹ ਇੱਕ ਤਰ੍ਹਾਂ ਦਾ ਪਾਜ ਹੈ। ਇਸ ਤਰ੍ਹਾਂ ਦੀ ਜਿਸ ਤਰ੍ਹਾਂ ਕਹਿੰਦੇ ਇੱਕ ਨਾਟਕ ਹੁੰਦਾ, ਇਸ ਤਰ੍ਹਾਂ ਹੈ ਵੀ ਇਹਦਾ ਕੋਈ ਉਹਨਾਂ ਨੂੰ ਲਾਭ ਨਹੀਂ ਹੁੰਦਾ। ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ, ਜਿਉ ਮੀਨਾ ਜਲ ਮਾਹੇ ਉਲਾਸਾ, ਨਾਨਕ ਹਰ ਰਸ ਪੀ ਤ੍ਰਿਪਤਾਸਾ। ਨਾਨਕ ਜੀ ਕਹਿੰਦੇ ਨੇ ਜਿਸ ਤਰ੍ਹਾਂ ਚਾਤ੍ਰਿਕ ਨੂੰ, ਪੀਹੇ ਨੂੰ ਵਰਖਾ ਦੇ ਪਾਣੀ ਦੀ ਪਿਆਸ ਰਹਿੰਦੀ ਆ, ਤਾਂਘ ਰਹਿੰਦੀ ਆ, ਅਤੇ ਜਿਹੜੀ ਮੱਛੀ ਹੁੰਦੀ ਆ ਉਹ ਪਾਣੀ ਵਿੱਚ ਹੀ ਖੁਸ਼ ਰਹਿ ਸਕਦੀ ਆ। ਅਤੇ ਇਸ ਤਰ੍ਹਾਂ ਨਾਨਕ ਜੀ ਕਹਿੰਦੇ ਨੇ ਜੋ ਪਰਮਾਤਮਾ ਦਾ ਭਗਤ ਹੈ ਉਹ ਪਰਮਾਤਮਾ ਦਾ ਨਾਮ ਦਾ ਰਸ ਪੀ ਕੇ ਤ੍ਰਿਪਤਾਸਿਆ ਜਾਂਦਾ, ਮਾਇਆ ਵੱਲੋਂ ਉਹਦੀ ਤ੍ਰਿਪਤੀ ਹੋ ਜਾਂਦੀ ਆ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਹਠ ਕਰ ਮਰੈ ਨ ਲੇਖੈ ਪਾਵੈ, ਵੇਸ ਕਰੈ ਬਹੁ ਭਸਮ ਲਗਾਵੈ, ਨਾਮ ਵਿਸਾਰ ਬਹੁਰ ਪਛੁਤਾਵੈ। ਨਾਨਕ ਜੀ ਕਹਿੰਦੇ ਨੇ ਸੰਗਤ ਜੀ ਕਿ ਹਠ ਕਰਮ ਕਰਕੇ ਆਪਣੇ ਸਰੀਰ ਨੂੰ ਕੋਈ ਜ਼ਿਆਦਾ ਕਸ਼ਟ ਦੇ ਕੇ ਅਤੇ ਆਪਣੇ ਤਨ 'ਤੇ ਜਿਸ ਤਰ੍ਹਾਂ ਜੋਗੀ ਲੋਕ ਭਸਮ ਲਗਾਉਂਦੇ ਨੇ, ਅਲੱਗ-ਅਲੱਗ ਧਾਰਮਿਕ ਪਹਿਰਾਵੇ ਕਰਦੇ ਨੇ, ਕਹਿੰਦੇ ਇਸ ਤਰ੍ਹਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਉਹ ਸਗੋਂ ਤੇ ਪਰਮਾਤਮਾ ਦੇ ਨਾਂ ਨੂੰ ਵਿਸਾਰ ਕੇ ਬਹੁਤ ਪਛਤਾਵੇ 'ਚ ਹੁੰਦੇ ਨੇ। ਉਹ ਮਤਲਬ ਦੁੱਖ ਸਹਾਰਦੇ ਨੇ ਪਰ ਤ੍ਰਿਪਤੀ ਨਹੀਂ ਹੁੰਦੀ, ਪਰਮਾਤਮਾ ਨਹੀਂ ਪਾਇਆ ਜਾ ਸਕਦਾ ਇਹਨਾਂ ਹਠ ਕਰਮਾਂ ਨਾਲ। ਤੂੰ ਮਨ ਹਰਿ ਜੀਓ ਤੂੰ ਮਨ ਸੂਖ, ਨਾਮ ਵਿਸਾਰ ਸਹੇ ਜਮ ਦੁਖ ਰਹਾਓ।
ਕਹਿੰਦੇ ਹੇ ਪਰਮਾਤਮਾ ਜੀ, ਜੇ ਤੂੰ ਮਨ ਵਿੱਚ ਵਸਦਾ ਫਿਰ ਹੀ ਮਨ ਸੁਖੀ ਹੋ ਸਕਦਾ। ਜਦੋਂ ਨਾਮ ਵਿਸਰ ਜਾਂਦਾ ਫਿਰ ਜੀਵ ਨੂੰ ਜਮਾਂ ਦੇ ਦੁੱਖ, ਆਤਮਿਕ ਮੌਤ ਦੇ ਦੁੱਖ ਸਹਾਰਨੇ ਪੈਂਦੇ ਨੇ। ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ। ਨਾਮ ਵਿਸਾਰੀਐ ਸਭ ਕੂੜੋ ਕੂਰ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਜਦੋਂ ਜੀਵ ਅਲੱਗ-ਅਲੱਗ ਤਰੀਕਿਆਂ ਨਾਲ ਅਤਰ, ਚੰਦਨ, ਕਪੂਰ ਇਹਨਾਂ ਸੁਗੰਧੀਆਂ ਦੇ ਨਾਲ ਆਪਣੇ ਸਰੀਰ ਨੂੰ ਹੀ ਸ਼ਿੰਗਾਰਦਾ ਰਹਿੰਦਾ ਅਤੇ ਮਾਇਆ ਦੇ ਅਲੱਗ-ਅਲੱਗ ਰੰਗਾਂ ਦੇ ਵਿੱਚ ਮਗਨ ਰਹਿੰਦਾ, ਤਾਂ ਉਹਦੇ ਕੋਲੋਂ ਪਰਮਾਤਮਾ ਨੂੰ ਜੋ ਮਿਲਣ ਦਾ ਉੱਚੀ ਅਵਸਥਾ ਹੈਗੀ ਆ, ਉਹਦੇ ਕੋਲੋਂ ਉਹ ਦੂਰ ਹੀ ਰਹਿੰਦਾ। ਜਦੋਂ ਜੀਵ ਨਾਮ ਨੂੰ ਵਿਸਾਰੀ ਰੱਖਦਾ, ਸਭ ਜੋ ਕੁਛ ਉਹ ਕਰ ਰਿਹਾ ਉਹ ਕੂੜੋ ਕੂੜ ਹੈ। ਹੋਰ ਨਾਮ ਨੂੰ ਜਪਣਾ ਛੱਡ ਕੇ ਹੋਰ ਸਾਰੇ ਕੰਮ ਝੂਠੇ ਨੇ। ਵਾਹਿਗੁਰੂ ਜੀ, ਵਾਹਿਗੁਰੂ। ਨੇਜੇ ਵਾਜੇ ਤਖਤ ਸਲਾਮ, ਅਦ ਕੀ ਤ੍ਰਿਸ਼ਨਾ ਵਿਆਪੈ ਕਾਮ। ਬਿਨ ਹਰ ਜਾਚੇ ਭਗਤ ਨਾ ਨਾਮ। ਵਾਹਿਗੁਰੂ ਜੀ। ਕਹਿੰਦੇ ਜੇ ਕਿਸੇ ਜੀਵ ਕੋਲ ਤਖਤ ਨੇ, ਰਾਜ ਮਿਲੇ ਹੋਏ ਨੇ, ਸਲਾਮਾਂ ਹੁੰਦੀਆਂ ਨੇ, ਫੌਜੀ ਵਾਜੇ ਨੇ, ਕਹਿੰਦੇ ਇਹਦੇ ਨਾਲ ਵੀ ਕਹਿੰਦੇ ਉਹਦੀ ਜਿਹੜੀ ਤ੍ਰਿਸ਼ਨਾ ਮਾਇਆ ਦੀ ਵੱਧਦੀ ਆ, ਕਾਮ ਦੀ ਵਾਸ਼ਨਾ ਵੱਧਦੀ ਆ। ਕਹਿੰਦੇ ਜਿਹੜਾ ਪਰਮਾਤਮਾ ਦਾ ਭਗਤ ਆ ਉਹ ਕਹਿੰਦੇ ਨਾਮ ਤੋਂ ਬਿਨਾਂ ਹੋਰ ਕੁਛ ਨਹੀਂ ਮੰਗਦਾ। ਬਿਨ ਹਰ ਜਾਚੇ ਭਗਤ ਨਾ ਨਾਮ। ਕਹਿੰਦੇ ਜਿਹੜਾ ਪਰਮਾਤਮਾ ਦਾ ਭਗਤ ਆ ਉਹ ਪਰਮਾਤਮਾ ਦੀ ਭਗਤੀ ਹੀ ਮੰਗਦਾ, ਉਹ ਪਰਮਾਤਮਾ ਤੋਂ ਹੋਰ ਕੁਛ ਨਹੀਂ ਮੰਗਦਾ। ਵਾਹਿਗੁਰੂ ਜੀ, ਵਾਹਿਗੁਰੂ ਜੀ। ਵਾਦ ਅਹੰਕਾਰ ਨਾਹੀਂ ਪ੍ਰਭ ਮੇਲਾ, ਮਨ ਦੇ ਪਾਵੇ ਨਾਮ ਸੁਹੇਲਾ। ਦੂਜੇ ਪਾਏ ਅਗਿਆਨ ਦੁਹੇਲਾ। ਕਹਿੰਦੇ ਬਾਕੀ ਹੋਰ ਧਾਰਮਿਕ ਪੁਸਤਕਾਂ ਪੜ੍ਹ ਕੇ ਜਾਂ ਹੋਰ ਵਿੱਦਿਆ ਦਾ ਅਹੰਕਾਰ ਕਰਕੇ ਜੀਵ ਕਹਿੰਦੇ ਜਦੋਂ ਇਹਨਾਂ 'ਚ ਵਾਦ ਵਿਵਾਦਾਂ 'ਚ ਪੈਂਦਾ, ਇਸ ਤਰ੍ਹਾਂ ਪਰਮਾਤਮਾ ਦਾ ਮਿਲਾਪ ਨਹੀਂ ਕਰ ਸਕਦਾ। ਪਰਮਾਤਮਾ ਦਾ ਨਾਮ ਤੇ ਕਹਿੰਦੇ ਮਨ ਦੇ ਕੇ, ਆਪਣੇ ਮਨ ਨੂੰ ਅਰਪਣ ਕਰਕੇ ਫਿਰ ਨਾਮ ਮਿਲਦਾ। ਫਿਰ ਜੋ ਨਾਮ ਜੀਵ ਨੂੰ ਸੁਖਦਾਈ ਬਣਾ ਦਿੰਦਾ। ਜੋ ਕਹਿੰਦੇ ਜੀਵ ਦੂਜੇ ਭਾਏ ਮਾਇਆ ਦੇ ਪ੍ਰੇਮ ਵਿੱਚ ਰਹਿੰਦੇ ਨੇ, ਉਹ ਅਗਿਆਨਤਾ ਹੁੰਦੀ ਆ ਅਤੇ ਉਹਦੇ ਕਰਕੇ ਫਿਰ ਦੁੱਖ ਸਹਾਰਦੇ ਨੇ। ਬਿਨ ਦਮ ਕੇ ਸੌਦਾ ਨਹੀਂ ਹਾਟ, ਬਿਨ ਬੋਹਿਤ ਸਾਗਰ ਨਹੀਂ ਵਾਟ। ਬਿਨ ਗੁਰ ਸੇਵੇ ਕਾਟੇ ਕਾਟ। ਕਹਿੰਦੇ ਜਿਸ ਤਰ੍ਹਾਂ ਆਪਾਂ ਹੱਟੀ 'ਤੇ ਜਾਈਏ ਤਾਂ ਪੈਸਾ ਨਾ ਹੋਵੇ ਕੋਲ ਤਾਂ ਸੌਦਾ ਨਹੀਂ ਲੈ ਸਕਦੇ। ਜਿਸ ਤਰ੍ਹਾਂ ਕਹਿੰਦੇ ਜੇ ਸਾਗਰ ਨੂੰ ਪਾਰ ਕਰਨਾ ਤਾਂ ਜਹਾਜ਼ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਹੀ ਕਹਿੰਦੇ ਗੁਰੂ ਦੀ ਸੇਵਾ ਕੀਤੇ ਤੋਂ ਬਿਨਾਂ ਘਾਟਾ ਹੀ ਘਾਟਾ ਹੈ ਜੀਵ ਨੂੰ। ਗੁਰੂ ਦੀ ਸੇਵਾ ਭਗਤੀ ਕਰਿਆ ਹੀ ਨਾਮਦਾਨ ਮਿਲ ਸਕਦਾ ਹੈ। ਜਦ ਤੱਕ ਗੁਰੂ ਦੀ ਸ਼ਰਨ ਨਹੀਂ ਜਾਣਾ, ਗੁਰੂ ਦੀ ਸੇਵਾ ਭਗਤੀ ਨਹੀਂ ਕਰਨੀ, ਆਤਮਿਕ ਜੀਵਨ 'ਚ ਘਾਟਾ ਹੀ ਘਾਟਾ ਹੈ। ਤਿਸ ਕੋ ਵਾਹ ਵਾਹ ਜੇ ਵਾਟ ਦਿਖਾਵੈ, ਤਿਸ ਕੋ ਵਾਹ ਵਾਹ ਜੇ ਸ਼ਬਦ ਸੁਣਾਵੈ। ਤਿਸ ਕੋ ਵਾਹ ਵਾਹ ਜੇ ਮੇਲ ਮਿਲਾਵੈ। ਕਹਿੰਦੇ ਉਹਦੇ ਤੋਂ ਮੈਂ ਸਦਕੇ ਜਾਵਾਂ ਜੋ ਕਹਿੰਦੇ ਮੈਨੂੰ ਜੀਵਨ ਦੀ ਅਸਲੀ ਵਾਟ, ਸਹੀ ਰਸਤਾ ਦਿਖਾਉਂਦਾ ਹੈ। ਮੈਂ ਉਹਦੇ ਤੋਂ ਸਦਕੇ ਜਾਵਾਂ ਜੋ ਮੈਨੂੰ ਗੁਰੂ ਦਾ ਸ਼ਬਦ ਸੁਣਾਉਂਦਾ ਹੈ। ਮੈਂ ਉਹਦੇ ਤੋਂ ਕੁਰਬਾਨ ਜਾਵਾਂ ਜੋ ਮੇਰਾ ਪਰਮਾਤਮਾ ਦੇ ਨਾਲ ਮੇਲ ਕਰਾਉਂਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ। ਵਾਹ ਵਾਹ ਤਿਸ ਕੋ ਜਿਸ ਕਾ ਇਹ ਜੀਓ, ਗੁਰ ਸਬਦੀ ਮਥ ਅੰਮ੍ਰਿਤ ਪੀਓ। ਨਾਮ ਵਡਾਈ ਤੁਧ ਭਾਣੈ ਦੀਓ। ਕਹਿੰਦੇ ਮੈਂ ਉਸ ਪਰਮਾਤਮਾ ਤੋਂ ਸਦਕੇ ਜਿਸ ਨੇ ਮੈਨੂੰ ਇਹ ਜਿੰਦ ਦਿੱਤੀ ਆ, ਕਹਿੰਦੇ ਗੁਰੂ ਦੇ ਸ਼ਬਦ ਨੂੰ ਰਿੜਕ ਕੇ, ਗੁਰੂ ਦੇ ਸ਼ਬਦ ਦੀ ਵਾਰ-ਵਾਰ ਵਿਚਾਰ ਕਰਕੇ ਅੰਮ੍ਰਿਤ ਰਸ ਕਹਿੰਦੇ ਪੀਓ ਜੀਵੋ, ਪੀਣਾ ਚਾਹੀਦਾ ਹੈ ਸਾਨੂੰ।
ਨਾਮ ਵਡਾਈ ਤੁਧ ਪਾਣੈ ਦੀਓ। ਕਹਿੰਦੇ ਪਰਮਾਤਮਾ ਆਪਣੀ ਰਜ਼ਾ ਦੇ ਵਿੱਚ ਹੀ ਕਿਸੇ ਜੀਵ ਨੂੰ ਆਪਣੇ ਨਾਮ ਦੀ ਵਡਿਆਈ ਦਿੰਦੇ ਨੇ। ਵਾਹਿਗੁਰੂ ਜੀ। ਨਾਮ ਬਿਨਾ ਕਿਉਂ ਜੀਵਾਂ ਮਾਏ, ਆਨ ਦਿਨ ਜਪਤ ਰਹੋ ਤੇਰੀ ਸਰਣਾਏ। ਨਾਨਕ ਨਾਮ ਰਤੇ ਪਤ ਪਾਏ। ਕਹਿੰਦੇ ਹੇ ਮੇਰੀ ਮਾਂ, ਮੈਂ ਨਾਮ ਤੋਂ ਬਿਨਾਂ ਪਰਮਾਤਮਾ ਦੇ ਕਿਵੇਂ ਜੀ ਸਕਦਾ ਹਾਂ, ਮੇਰਾ ਆਤਮਿਕ ਜੀਵਨ ਨਹੀਂ ਹੋ ਸਕਦਾ। ਕਹਿੰਦੇ ਹੇ ਪਰਮਾਤਮਾ ਜੀ, ਕਹਿੰਦੇ ਮੈਂ ਤੇਰੀ ਸ਼ਰਨ ਵਿੱਚ ਰਹਾਂ ਤੇ ਹਰ ਵਕਤ ਹਰ ਦਿਨ ਤੇਰਾ ਨਾਮ ਜਪਾਂ। ਨਾਨਕ ਜੀ ਕਹਿੰਦੇ ਨੇ ਜੋ ਜੀਵ ਕਹਿੰਦੇ ਪਰਮਾਤਮਾ ਦੇ ਨਾਮ ਰੰਗ ਵਿੱਚ ਰੱਤੇ ਹੋਏ ਨੇ, ਉਹ ਕਹਿੰਦੇ ਇੱਥੋਂ ਇੱਜ਼ਤ ਨਾਲ ਸੁਰਖਰੂ ਹੁੰਦੇ ਨੇ, ਲੋਕ ਪਰਲੋਕ ਵਿੱਚ ਇੱਜ਼ਤ ਪਾਉਂਦੇ ਨੇ। ਵਾਹਿਗੁਰੂ ਜੀ ਵਾਹਿਗੁਰੂ। ਗੌੜੀ ਮਹੱਲਾ ਪਹਿਲਾ। ਹਉਮੈ ਕਰਤ ਪੇਖੀ ਨਹੀਂ ਜਾਣਿਆ, ਗੁਰਮੁਖ ਭਗਤ ਵਿਰਲੇ ਮਨ ਮਾਨਿਆ। ਕਹਿੰਦੇ ਜੋ ਹਉਮੈ ਕਰਦੇ ਨੇ, ਜੀਵ ਹਉਮੈ 'ਚ ਰਹਿੰਦੇ ਨੇ ਤੇ ਅਲੱਗ-ਅਲੱਗ ਭੇਖ ਕਰਦੇ ਨੇ, ਕਹਿੰਦੇ ਉਹ ਪਰਮਾਤਮਾ ਨਾਲ ਜਾਣ ਪਹਿਚਾਣ ਨਹੀਂ ਪਾ ਸਕਦੇ। ਕਹਿੰਦੇ ਗੁਰੂ ਦੇ ਸਨਮੁਖ ਰਹਿਣ ਵਾਲੇ ਕੋਈ ਵਿਰਲੇ ਭਗਤ ਨੇ ਜਿਨ੍ਹਾਂ ਦਾ ਮਨ ਪਰਮਾਤਮਾ ਵਿੱਚ ਪਤੀਜ ਗਿਆ, ਪਰਮਾਤਮਾ 'ਤੇ ਕਹਿੰਦਾ ਜਿਨ੍ਹਾਂ ਦਾ ਮਨ ਪ੍ਰੇਮ ਰੰਗ ਵਿੱਚ ਆ ਗਿਆ। ਹਉ ਹਉ ਕਰਤ ਨਹੀਂ ਸੱਚ ਪਾਈਐ, ਹਉਮੈ ਜਾਏ ਪਰਮ ਪਦ ਪਾਈਐ। ਰਹਾਓ। ਕਹਿੰਦੇ ਜਦੋਂ ਤੱਕ ਜੀਵ ਦੇ ਅੰਦਰ ਹਉਮੈ ਹੈ ਉਦੋਂ ਤੱਕ ਪਰਮਾਤਮਾ ਨਾਲ ਮੇਲ ਨਹੀਂ ਹੋ ਜਾਂਦਾ, ਜਦੋਂ ਹੋ ਨਹੀਂ ਸਕਦਾ। ਜਦੋਂ ਕਹਿੰਦੇ ਹਉਮੈ ਖਤਮ ਹੁੰਦੀ ਹੈ ਫੇਰ ਹੀ ਕਹਿੰਦੇ ਸਭ ਤੋਂ ਉੱਚੀ ਪਰਮ ਪਦ ਦੀ ਅਵਸਥਾ ਪਾਈ ਜਾ ਸਕਦੀ ਹੈ। ਵਾਹਿਗੁਰੂ ਜੀ। ਹਉਮੈ ਕਰ ਰਾਜੇ ਬਹੁਤ ਆਵੈ, ਹਉਮੈ ਖਪੈ ਜਨਮ ਮਰ ਆਵੈ। ਕਹਿੰਦੇ ਹਉਮੈ ਦੇ ਅਧੀਨ ਹੀ ਰਾਜੇ ਇੱਕ ਦੂਜਿਆਂ ਉੱਤੇ ਹਮਲੇ ਕਰਦੇ ਨੇ, ਵੀ ਆਪਣੇ ਰਾਜ ਨੂੰ ਹੋਰ ਵਧਾਉਣਾ ਚਾਹੁੰਦੇ ਨੇ। ਇਸ ਤਰ੍ਹਾਂ ਕਹਿੰਦੇ ਹਉਮੈ ਦੇ ਵਿੱਚ ਖੱਪ ਕੇ ਉਹ ਹੋਰ ਜਿਹੜੇ ਜਨਮਾਂ ਮਰਨਾਂ ਦੇ ਚੱਕਰ ਨੇ ਉਹਦੇ ਵਿੱਚ ਪੈ ਰਹਿੰਦੇ ਨੇ। ਹਉਮੈ ਨਿਵਰੈ ਗੁਰ ਸ਼ਬਦ ਵਿਚਾਰੈ, ਚੰਚਲ ਮਤ ਤਿਆਗੈ ਪੰਚ ਸੰਗਾਰੈ। ਫਿਰ ਕਹਿੰਦੇ ਹਉਮੈ ਖਤਮ ਕਿਵੇਂ ਹੁੰਦੀ ਆ? ਹਉਮੈ ਖਤਮ ਹੁੰਦੀ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਕਰਨ ਦੇ ਨਾਲ। ਜੋ ਜੀਵ ਗੁਰੂ ਦੇ ਸ਼ਬਦ ਦੀ ਵਿਚਾਰ ਕਰਦੇ ਨੇ ਉਹਨਾਂ ਦਾ ਜਿਹੜਾ ਚੰਚਲ ਮਨ ਆ ਉਹ ਟਿਕ ਜਾਂਦਾ। ਕਹਿੰਦੇ ਚੰਚਲਤਾ ਵਾਲੀ ਜਿਹੜੀ ਮੱਤ ਆ ਉਹ ਖਤਮ ਹੋ ਜਾਂਦੀ ਆ। ਫਿਰ ਜਿਹੜੇ ਉਹਨਾਂ ਦੇ ਪੰਜੇ ਕਾਮਾਦਿਕ ਵੈਰੀ ਨੇ ਉਹ ਉਹਨਾਂ 'ਤੇ ਕਾਬੂ ਪਾ ਲੈਂਦੇ ਨੇ ਗੁਰੂ ਦੇ ਸ਼ਬਦ ਰਾਹੀਂ। ਵਾਹਿਗੁਰੂ ਜੀ। ਅੰਤਰ ਸਾਚ ਸਹਿਜ ਕਰ ਆਵੈ, ਰਾਜਨ ਜਾਣ ਪਰਮ ਗਤ ਪਾਵੈ। ਕਹਿੰਦੇ ਜਿਹੜੇ ਜੀਵ ਆਪਣੇ ਅੰਦਰੋਂ ਪੰਜੇ ਕਾਮਾਦਿਕ ਵੈਰੀ ਖਤਮ ਕਰ ਲੈਂਦੇ ਨੇ, ਹਉਮੈ ਖਤਮ ਕਰ ਲੈਂਦੇ ਨੇ, ਉਹਨਾਂ ਦੇ ਅੰਦਰ ਸੱਚ ਦਾ ਨਿਵਾਸ ਹੋ ਜਾਂਦਾ, ਉਹ ਆਤਮਿਕ ਅਡੋਲਤਾ ਵਿੱਚ ਟਿਕ ਜਾਂਦੇ ਨੇ। ਇਸ ਤਰ੍ਹਾਂ ਕਹਿੰਦੇ ਰਾਜਨ ਪਰਮਾਤਮਾ ਦੇ ਨਾਲ ਸਾਂਝ ਪਾ ਕੇ ਉਹ ਪਰਮ ਪਦ ਸਭ ਤੋਂ ਉੱਚੀ ਆਤਮਿਕ ਅਵਸਥਾ ਪਾ ਲੈਂਦੇ ਨੇ। ਸੱਚ ਕਰਨੀ ਗੁਰ ਪਰਮ ਚੁਕਾਵੈ, ਨਿਰਭਉ ਕੈ ਕਰ ਤਾੜੀ ਲਾਵੈ। ਕਹਿੰਦੇ ਜਿਸ ਜੀਵ ਦਾ ਭਰਮ ਭਟਕਣਾ ਗੁਰੂ ਖਤਮ ਕਰ ਦੇਵੇ, ਕਹਿੰਦੇ ਉਹਦੀ ਸੱਚ ਕਰਨੀ ਬਣ ਜਾਂਦੀ ਹੈ। ਸੱਚ ਕਰਨੀ ਕੀ? ਹਰ ਵਕਤ ਪਰਮਾਤਮਾ ਨੂੰ ਚੇਤੇ ਰੱਖਣਾ, ਨਾਮ ਜਪਣਾ। ਫਿਰ ਕਹਿੰਦੇ ਉਹਨਾਂ ਦਾ ਵਾਸਾ ਨਿਜ ਦੇ ਘਰ ਵਿੱਚ ਹੋ ਜਾਂਦਾ। ਨਿਜ ਦਾ ਘਰ ਹੈਗਾ ਜਿੱਥੇ ਨਿਰਭਉ ਪਰਮਾਤਮਾ ਦਾ ਘਰ ਆ। ਉਹ ਕਿਹੜਾ? ਹਿਰਦਾ ਘਰ। ਹਿਰਦੇ ਘਰ ਵਿੱਚ ਆਤਮਾ ਤੇ ਪਰਮਾਤਮਾ ਦਾ ਮੇਲ ਹੋ ਜਾਂਦਾ। ਵਾਹਿਗੁਰੂ ਜੀ। ਹਉ ਹਉ ਕਰ ਮਰਨਾ ਕਿਆ ਪਾਵੈ, ਪੂਰਾ ਗੁਰ ਭੇਟੇ ਸੋ ਝਗਰ ਚੁਕਾਵੈ। ਕਹਿੰਦੇ ਜੋ ਜੀਵ ਹਉਮੈ ਵਿੱਚ ਰਹਿੰਦੇ ਨੇ, ਹਉਮੈ ਵਿੱਚ ਰਹਿ ਕੇ ਕਹਿੰਦੇ ਉਹਨਾਂ ਦੀ ਜਿਹੜੀ ਹੈਗੀ ਆ ਆਤਮਿਕ ਮੌਤ ਉਹ ਖਤਮ ਨਹੀਂ ਹੁੰਦੀ।
ਹਉਮੈ ਵਿੱਚ ਰਹਿਣ ਕਰਕੇ ਹਉ ਹਉ ਕਰ ਮਰਨਾ ਕਿਆ ਪਾਵੈ। ਕਹਿੰਦੇ ਉਹ ਹਉਮੈ ਵਿੱਚ ਰਹਿਣ ਕਰਕੇ ਉਹਨਾਂ ਦੀ ਆਤਮਿਕ ਮੌਤ ਖਤਮ ਨਹੀਂ ਹੁੰਦੀ ਹੈਗੀ। ਉਹ ਕਹਿੰਦੇ ਪਰਮਾਤਮਾ ਨੂੰ ਪਾ ਨਹੀਂ ਸਕਦੇ ਹੈਗੇ। ਪਰ ਜਦੋਂ ਪੂਰੇ ਗੁਰੂ ਦੇ ਨਾਲ ਉਹਨਾਂ ਦਾ ਮਿਲਾਪ ਹੁੰਦਾ, ਫਿਰ ਉਹਨਾਂ ਦੇ ਅੰਦਰੋਂ ਹਉਮੈ ਦਾ ਝਗੜਾ ਖਤਮ ਹੋ ਜਾਂਦਾ। ਜੇਤੀ ਹੈ ਤੇਤੀ ਕਿਹ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਕਹਿੰਦੇ ਸਾਰੇ ਹੀ ਸੰਸਾਰ ਦੇ ਵਿੱਚ ਜੇਤੀ ਹੈ ਤੇਤੀ ਕਿਹ ਨਾਹੀ, ਗੁਰਮੁਖ ਗਿਆਨ ਭੇਟ ਗੁਣ ਗਾਹੀ। ਕਹਿੰਦੇ ਜਿਹੜਾ ਸਾਰਾ ਹੀ ਸੰਸਾਰ ਆ, ਸਾਰਾ ਹੀ ਕਹਿੰਦੇ ਮਾਇਆ ਦੇ ਵਿੱਚ ਹੀ ਗਲਤਾਨ ਹੈ। ਪਰ ਕਹਿੰਦੇ ਜੋ ਗੁਰੂ ਦੇ ਸਨਮੁਖ ਹੋ ਜਾਂਦੇ ਨੇ, ਗਿਆਨ ਪਾਉਂਦੇ ਨੇ ਗੁਰੂ ਤੋਂ, ਉਹ ਫਿਰ ਕਹਿੰਦੇ ਪਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਨੇ। ਹਉਮੈ ਬੰਧਨ ਬੰਧ ਪਵਾਵੈ, ਨਾਨਕ ਰਾਮ ਭਗਤ ਸੁਖ ਪਾਵੈ। ਹਾਂਜੀ ਸੰਗਤ ਜੀ, ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਹਉਮੈ ਵਿੱਚ ਨੇ, ਹਉਮੈ ਕਰਕੇ ਫਿਰ ਉਹ ਵਿਕਾਰਾਂ ਦੇ ਬੰਧਨਾਂ ਦੇ ਵਿੱਚ ਗਲਤਾਨ ਹੁੰਦੇ ਨੇ ਅਤੇ ਜਨਮ ਮਰਨ ਦੇ ਚੱਕਰ ਵਿੱਚ ਪੈ ਰਹਿੰਦੇ ਨੇ। ਪਰ ਕਹਿੰਦੇ ਜਿਹੜਾ ਜੀਵ ਰਾਮ ਦਾ ਭਗਤ ਬਣ ਗਿਆ, ਉਸ ਪਰਮਾਤਮਾ ਦਾ ਭਗਤ ਬਣ ਗਿਆ ਜੋ ਹਰ ਜਗ੍ਹਾ 'ਤੇ ਰਮਿਆ ਹੋਇਆ, ਉਹ ਕਹਿੰਦੇ ਫਿਰ ਆਨੰਦ ਪਾ ਲੈਂਦਾ ਹੈ। ਜੋ ਆਨੰਦ ਇਸ ਤਰ੍ਹਾਂ ਦਾ ਸੁੱਖ ਆ ਜੋ ਕਦੇ ਖਤਮ ਨਹੀਂ ਹੁੰਦਾ। ਇਹ ਸਿਰਫ ਪਰਮਾਤਮਾ ਦੇ ਮਿਲਾਪ ਨਾਲ ਹੀ ਮਿਲਦਾ, ਜਿਹੜਾ ਸੁੱਖ ਕਦੇ ਵੀ ਖਤਮ ਨਹੀਂ ਹੁੰਦਾ। ਇਹਨੂੰ ਅਸੀਂ ਆਨੰਦ ਕਹਿੰਦੇ ਹਾਂ, ਇਹਨੂੰ ਪਰਮਾਤਮਾ ਦਾ ਸੁੱਖ ਕਹਿੰਦੇ ਹਾਂ। ਵਾਹਿਗੁਰੂ ਜੀ ਬਾਣੀ ਦੇ ਵਿੱਚ ਇਹਨੂੰ ਆਨੰਦ ਕਿਹਾ ਗਿਆ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ। ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਮੇਰੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਸਾਂਝੀ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੇਕਾਂ ਗਲਤੀਆਂ ਆਪ ਦੀ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ, ਬਖਸ਼ ਦਿਓ। ਅੱਗੇ ਤੋਂ ਸਮੱਤ ਦਿਓ ਜੀ। ਸੱਚੇ ਪਾਤਸ਼ਾਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ।